ਹੁਣ ਹਾਲਾਤ ਇਹ ਆ ਕਿ ਇਹ ਬੀਬੀ, ਮੈਂ ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰੀ ਸੁਣ ਰਿਹਾ ਕਿ ਇਹ ਬੀਬੀ ਮਿਸਤਰੀਆਂ ਦੇ ਨਾਲ, ਜਿਹੜੇ ਰਾਜ ਮਿਸਤਰੀ ਹੁੰਦੇ ਉਹਨਾਂ ਦੇ ਮਗਰ ਦਿਹਾੜੀ ਕਰਦੀ ਆ। ਭਈ ਇੱਟਾਂ ਫੜਾਉਣੀਆਂ, ਬਾਲਟਾ ਲੈ ਕੇ ਗੋ 'ਤੇ ਚੜ੍ਹਨਾ, ਔਰ ਇੰਨੀ ਮਿਹਨਤ ਕਰਕੇ ਤੇ ਆਪਣੇ ਇਹ ਬੱਚੇ ਆਪਣੇ ਪਾਲ ਰਹੀ ਹੈ। ਤੇ ਇੱਕ ਘਰ ਵੀ ਛੋਟਾ ਜਿਹਾ ਇਸੇ ਪੇਕਿਆਂ ਦੇ ਪਿੰਡ ਹੀ ਇਹਨੇ ਆਪਣਾ ਲਿਆ ਹੈ, ਰਿਸ਼ਤੇਦਾਰ ਭੈਣ ਭਰਾਵਾਂ ਦੀ ਮਦਦ ਦੇ ਨਾਲ। ਔਰ ਜਿਸ ਵਿਹੜੇ 'ਚ ਅਸੀਂ ਬੈਠੇ ਹਾਂ, ਇੱਥੇ ਅੱਜ ਤੋਂ 4-5 ਦਿਨ ਬਾਅਦ ਧੀ ਦੀ ਬਰਾਤ ਆਉਣੀ ਆ। ਇਸ ਵਕਤ ਕਿੰਨੇ ਕੁ ਪੈਸੇ ਆ ਤੁਹਾਡੇ ਕੋਲ? 7000 ਰੁਪਈਆ ਜੀ। ਕੋਈ ਗੱਲ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਤੇ ਮੈਂ ਤੇ ਵੇਖ ਰਿਹਾ ਤੁਹਾਡੇ ਘਰ ਬਿਜਲੀ ਦਾ ਕਨੈਕਸ਼ਨ ਹੀ ਹੈ ਨਹੀਂ। 5% ਵਿਆਜ ਤੇ ਪੁੱਛੇ ਜੇ ਪੈਸੇ ਕੀ ਆਂਦੇ ਆ, ਉਹ ਦੇ ਦਾਂਗੇ? ਹਾਂਜੀ ਪੁੱਛੇ, ਅਜੇ ਮਿਲੇ ਨਹੀਂ ਆ। ਸਰਦਾਰ ਜਸਵੰਤ ਸਿੰਘ ਜੀ, ਜਿਹੜੀ ਮੁਸ਼ਕਲ ਸੀ ਕੁਝ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਅਸੀਂ 25000 ਰੁਪਇਆ ਜਿਹੜਾ ਵਾ ਸਪੁਰਦ ਕੀਤਾ ਵਾ ਤੁਹਾਡੀ ਧੀ ਦੇ। ਤੇ ਕਿੰਨਾ ਕੁ ਆਸਰਾ ਹੋਇਆ ਜਾਪਦਾ? ਬਹੁਤ ਹੋ ਗਿਆ ਜੀ, ਖੁਸ਼ੀ ਹੋ ਗਈ। ਅੱਛਾ, ਹਾਂਜੀ ਖੁਸ਼ੀ ਹੋ ਗਈ। ਸਾਧ ਸੰਗਤ ਜੀ, ਅੱਜ ਅਸੀਂ ਪਹੁੰਚੇ ਹਾਂ ਜੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗਿੱਦੜੀ ਬਗਿਆੜੀ ਪਿੰਡ ਆਈ ਜੀ। ਝਬਾਲ ਦੇ ਲਾਗੇ, ਝਬਾਲ ਤੋਂ ਅਟਾਰੀ ਰੋਡ ਦੇ ਉੱਤੇ, ਇਹ ਲਗਭਗ 3-4 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਪਿੰਡ ਜਿਹੜਾ ਸਥਿਤ ਹੈ ਜੀ। ਇੱਥੇ ਇੱਕ ਵਿਧਵਾ ਬੀਬੀ ਨਰਿੰਦਰ ਕੌਰ ਆਪਣੇ 2 ਬੱਚਿਆਂ ਨਾਲ, ਇੱਕ ਬੇਟੀ ਨਾਲ, ਇੱਕ ਬੇਟੇ ਨਾਲ ਇੱਥੇ ਆਪਣੇ ਇਹ ਪੇਕੇ ਪਿੰਡ 'ਚ ਹੀ ਰਹਿ ਰਹੀ ਹੈ, ਕਿਉਂਕਿ ਇਹਦਾ ਤਲਾਕ ਹੋ ਚੁੱਕਾ ਸੀ। ਅਤੇ ਮੁੜ ਕੇ ਇਹ ਇਸ ਪੇਕੇ ਪਿੰਡ ਦੇ ਵਿੱਚ ਹੀ ਆ ਕੇ ਤੇ ਆਪਣਾ ਜੀਵਨ ਨਿਰਬਾਹ ਇਹਨੇ ਕੀਤਾ ਤੇ ਆਪਣੇ ਬੱਚਿਆਂ ਨੂੰ ਜਿਹੜਾ ਇਹਨੇ ਪਾਲਿਆ। ਹੁਣ ਹਾਲਾਤ ਇਹ ਆ ਕਿ ਇਹ ਬੀਬੀ, ਮੈਂ ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰੀ ਸੁਣ ਰਿਹਾ ਕਿ ਇਹ ਬੀਬੀ ਮਿਸਤਰੀਆਂ ਦੇ ਨਾਲ, ਜਿਹੜੇ ਰਾਜ ਮਿਸਤਰੀ ਹੁੰਦੇ ਉਹਨਾਂ ਦੇ ਮਗਰ ਦਿਹਾੜੀ ਕਰਦੀ ਆ। ਭਈ ਇੱਟਾਂ ਫੜਾਉਣੀਆਂ, ਬਾਲਟਾ ਲੈ ਕੇ ਗੋ 'ਤੇ ਚੜ੍ਹਨਾ, ਔਰ ਇੰਨੀ ਮਿਹਨਤ ਕਰਕੇ ਤੇ ਆਪਣੇ ਇਹ ਬੱਚੇ ਆਪਣੇ ਪਾਲ ਰਹੀ ਹੈ। ਤੇ ਇੱਕ ਘਰ ਵੀ ਛੋਟਾ ਜਿਹਾ ਇਸੇ ਪੇਕਿਆਂ ਦੇ ਪਿੰਡ ਹੀ ਇਹਨੇ ਆਪਣਾ ਲਿਆ ਹੈ, ਰਿਸ਼ਤੇਦਾਰ ਭੈਣ ਭਰਾਵਾਂ ਦੀ ਮਦਦ ਦੇ ਨਾਲ। ਔਰ ਜਿਸ ਵਿਹੜੇ 'ਚ ਅਸੀਂ ਬੈਠੇ ਹਾਂ, ਇੱਥੇ ਅੱਜ ਤੋਂ 4-5 ਦਿਨ ਬਾਅਦ ਧੀ ਦੀ ਬਰਾਤ ਆਉਣੀ ਆ। ਤੇ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਵਿਆਹਾਂ ਵਾਲੇ ਜਦੋਂ 5-4 ਦਿਨ ਵਿਆਹ 'ਚ ਰਹਿੰਦੇ ਹੋਣ ਤੇ ਕਿਸ ਤਰ੍ਹਾਂ ਕੋਈ ਚਹਿਲ ਪਹਿਲ ਹੁੰਦੀ ਆ। ਕਈ ਤਰ੍ਹਾਂ ਦੇ ਪਕਵਾਨ ਬਣ ਰਹੇ ਹੁੰਦੇ ਨੇ, ਕਿਤੇ ਸੌਦਾ ਪਿਆ ਹੁੰਦਾ, ਕਿਤੇ ਕੁਛ ਕੱਪੜਾ ਲੱਤਾ, ਕਿਤੇ ਗਹਿਣਾ ਗੱਟਾ, ਕਈ ਕੁਛ ਹੁੰਦਾ। ਪਰ ਇਸ ਘਰ ਦੇ ਵਿੱਚ ਅਜੇ ਕੁਛ ਵੀ ਨਹੀਂ। ਮੈਨੂੰ ਅੱਜ ਹੀ ਪਤਾ ਲੱਗਾ, ਇਸੇ ਪਿੰਡ ਦੇ ਇੱਕ ਨੌਜਵਾਨ ਨੇ ਫ਼ੋਨ ਕੀਤਾ ਕਿ ਉਹ ਸ਼ਾਇਦ ਉਹ ਵੀਰ ਸਾਡੀਆਂ ਵੀਡੀਓਜ਼ ਵੇਖਦਾ ਸੀਗਾ, ਸਾਡੇ ਸੇਵਾ ਕਾਰਜ ਬਾਰੇ ਉਹਨੂੰ ਜਾਣਕਾਰੀ ਸੀ। ਅਤੇ ਉਸ ਵੀਰ ਨੇ ਸਾਨੂੰ ਫ਼ੋਨ ਕੀਤਾ ਕਿ ਇਸ ਤਰ੍ਹਾਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਧੀ ਦਾ ਵਿਆਹ ਹੈ ਅਤੇ ਤੁਸੀਂ ਆ ਕੇ ਕੁਛ ਇਹਨਾਂ ਦੀ ਮਦਦ ਕਰੋ। ਅਤੇ ਜਦੋਂ ਘਰ ਦੇ ਹਾਲਾਤ ਦੇ ਬਾਰੇ ਮੈਨੂੰ ਦੱਸਿਆ ਗਿਆ, ਧੀਆਂ ਵਾਲੇ ਅਸੀਂ ਵੀ ਹਾਂ, ਤੁਸੀਂ ਵੀ ਹੋਵੋਗੇ। ਭਈ ਹਰ ਬਾਪ ਦੀ, ਹਰ ਮਾਂ ਦੀ ਇੱਕ ਰੀਝ ਹੁੰਦੀ ਹੈ ਕਿ ਧੀ ਦੀ ਹਰ ਰੀਝ ਪੂਰੀ ਕੀਤੀ ਜਾਏ। ਉਹਦੇ ਲਈ ਕਰਜ਼ਾ ਵੀ ਚੁੱਕਿਆ ਜਾਂਦਾ, ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ, ਪਰ ਮਨ ਦੇ ਵਿੱਚ ਇਹ ਹੁੰਦਾ ਵਾ ਕਿ ਧੀ ਦੀ ਹਰ ਰੀਝ ਪੂਰੀ ਕੀਤੀ ਜਾਏ। ਇਸ ਮਾਂ ਦੇ ਅੰਦਰ ਵੀ ਇੱਕ ਚਾਅ ਹੋਏਗਾ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕਿੰਨੇ ਕੁ ਪੈਸੇ ਨੇ ਇਹਨਾਂ ਦੇ ਕੋਲ, ਕੀ। ਅੱਛਾ ਭੈਣ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਜੇ ਬੇਟੀ ਦਾ ਵਿਆਹ? ਭਾਜੀ ਐਤਵਾਰ ਨੂੰ ਸ਼ਗਨ ਆ ਤੇ ਸੋਮਵਾਰ ਬਰਾਤ ਆ। ਅੱਛਾ ਜੀ, ਯਾਨੀ ਕਿ 30 ਨੂੰ ਸ਼ਗਨ ਆ ਤੇ 31 ਅਗਸਤ ਨੂੰ ਬਰਾਤ ਆ। ਹਾਂਜੀ ਹਾਂਜੀ।
ਇਸ ਵਕਤ ਕਿੰਨੇ ਕੁ ਪੈਸੇ ਆ ਤੁਹਾਡੇ ਕੋਲ? 7000 ਰੁਪਈਆ ਜੀ। 7000 ਰੁਪਇਆ? ਤੇ ਇਹ 7000 ਰੁਪਇਆ ਤੁਸੀਂ ਆਪਣੀ ਮਿਹਨਤ ਕਰਕੇ ਕਮਾਇਆ ਕਿ ਜਾਂ ਕਿਸੇ ਭੈਣ ਭਰਾ ਨੇ ਕੁਛ ਮਦਦ ਵੀ ਕੀਤੀ? ਨਹੀਂ, ਇਹ ਤੇ ਆਪ ਹੀ ਕਮਾਇਆ, ਬਾਕੀ ਪੁੱਛਿਆ ਪੰਜਾਂ ਤੇ ਜਾਂ ਕਿੱਦਾਂ ਵਿਆਜੀ, ਅਜੇ ਮਿਲੇ ਨਹੀਂ ਆ। 5% ਵਿਆਜ ਤੇ ਪੁੱਛੇ ਤੇ ਪੈਸੇ ਕੀ ਆਂਦੇ ਆ ਉਹ ਦੇ ਦਾਂਗੇ? ਹਾਂਜੀ ਪੁੱਛੇ ਆ, ਅਜੇ ਮਿਲੇ ਨਹੀਂ ਆ। ਪਰ ਵਿਆਹ ਨੂੰ ਤੇ ਦਿਨ ਥੋੜੇ ਰਹਿ ਗਏ। ਹਾਂਜੀ ਹਾਂਜੀ। ਮਨ 'ਚ ਰੀਝਾਂ ਕਿੰਨੀਆਂ ਕਿ ਧੀ ਲਈ ਕੀ ਕਰਨ ਨੂੰ ਦਿਲ ਕਰਦਾ? ਮਨ ਚ ਰੀਝਾਂ ਤੇ ਹੁੰਦੀਆਂ ਹੀ ਆ, ਫਿਰ ਗਾੜੀ ਵੇਖ ਕੇ ਹੀ ਆ। ਮੈਂ ਤੇ ਵੇਖ ਰਿਹਾ ਭੈਣ ਜੀ, ਆ ਜਿਹੜੀਆਂ ਕੁਰਸੀਆਂ ਵੀ ਅਸੀਂ ਗੁਆਂਢੀਆਂ ਦੇ ਘਰੋਂ ਫੜੀਆਂ ਨੇ, ਤੁਹਾਡੇ ਘਰ ਇੱਥੇ ਕੋਈ ਕੁਰਸੀ ਨਹੀਂ ਆ, ਕੋਈ ਮੰਜਾ ਬਿਸਤਰਾ ਨਹੀਂ ਲੱਭਣ ਡਿਆ, ਕੋਈ ਗੱਲ ਵੀ ਕਿਸ ਤਰ੍ਹਾਂ ਜ਼ਿੰਦਗੀ ਚੱਲ ਰਹੀ ਹੈ? ਇਦਾਂ ਹੀ ਆ, ਸ਼ੁਰੂ ਤੋਂ ਹੀ ਇਦਾਂ ਹੀ ਵੇਖਿਆ ਤੇ ਦੁੱਖ ਹੀ ਵੇਖੇ, ਸੁੱਖ ਵੇਖਿਆ ਹੀ ਨਹੀਂ। 4-5 ਤੇ ਪ੍ਰਸ਼ਨ ਹੋਏ ਮੇਰੇ, ਤਾਂ ਵੀ ਮਿਸਤਰੀਆਂ ਮਗਰ ਕੰਮ ਕਰਦੀ। ਕਿੰਨੇ ਪੈਸੇ ਮਿਲਦੇ ਆ ਜਦੋਂ ਮਿਸਤਰੀਆਂ ਦੇ ਨਾਲ ਜਾਂਦੇ ਹੋ? 250 ਰੁਪਈਆ। 250 ਰੁਪਈਆ ਦਿੰਦੇ? ਕਈ ਵਾਰੀ ਉਹ ਮਿਸਤਰੀ ਇਹ ਗੱਲ ਨਹੀਂ ਮਹਿਸੂਸ ਕਰਦੇ ਵੀ ਬੀਬੀ ਜਿਹੜੀ ਆ ਬੰਦਿਆਂ ਨਾਲ ਵਾਂਗੂ ਕੰਮ ਨਹੀਂ ਕਰ ਸਕਦੀ, ਜਾਂ ਇਹ ਥੋੜ੍ਹਾ ਜਿਹਾ ਕਮਜ਼ੋਰ ਜਾਂ ਵੀ ਨਹੀਂ ਇਹਦੇ ਕੋਲ ਜ਼ੋਰ ਵਾਲਾ ਕੰਮ ਹੁੰਦਾ? ਕੋਈ ਤਰ੍ਹਾਂ ਦੀ ਗੱਲ ਤਾਂ ਨਹੀਂ ਸੁਣਨ ਨੂੰ ਮਿਲਦੀ? ਨਹੀਂ ਨਹੀਂ। ਅੱਛਾ, ਕਿਤੇ ਨਾ ਕਿਤੇ ਮਿਸਤਰੀ ਵੀ ਤੁਹਾਡੀ ਮਦਦ ਹੀ ਕਰਦੇ ਨੇ? ਹਾਂਜੀ ਹਾਂਜੀ। ਫਿਰ ਸਵੇਰ ਤੋਂ ਸ਼ਾਮ ਤੱਕ ਕਿਹੜਾ ਕੰਮ ਕਰ ਲੈਂਦੇ ਹੋ ਮਿਸਤਰੀਆਂ ਦੇ ਮਗਰ? ਮਸਾਲਾ ਬਣਾਉਣਾ, ਫੜਾਉਣਾ, ਇੱਟਾਂ ਫੜਾਉਣੀਆਂ। ਅੱਛਾ। ਤਾਂ ਕਿਸੇ ਵੇਲੇ ਗੋਤੇ ਵੀ ਕੰਮ ਪਏ ਤੇ ਕਰਨਾ ਪੈਂਦਾ, ਫਿਰ ਜਦੋਂ ਕੰਮ ਕਰ ਨਹੀਂ ਡੈ ਪਏ ਆਪਾਂ। ਕਈ ਵਾਰੀ ਹੁੰਦਾ ਨਾ ਕਿ ਬੀਬੀਆਂ ਘਰਾਂ 'ਚ ਕੰਮ ਕਰ ਲੈਂਦੀਆਂ ਨੇ, ਮਤਲਬ ਝਾੜੂ ਪੋਚੇ ਦਾ, ਭਾਂਡੇ ਟੀਂਡੇ ਦਾ, ਆਮ ਵੱਡੇ ਘਰਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਮਿਲਦਾ ਤੁਹਾਡੇ ਪਿੰਡ 'ਚ? ਉਹ ਫਿਰ ਕੰਮ ਤੇ ਹੌਲਾ ਕਰਨ ਨੂੰ ਜੀ ਕਰਦਾ, ਪਰ ਉਹ ਫਿਰ ਦਿਹਾੜੀ ਨਹੀਂ ਬਹਿੰਦੀ। 500 ਰੁਪਈਏ ਦਾ ਮੂੰਹ ਇੱਕ ਕੰਮ ਦਾ, ਮਹੀਨੇ ਨੂੰ ਕਿਦੋਂ ਵੇਖੂੰਗੀ ਫਿਰ। ਤੇ ਦਵਾਈ ਦਾਰੂ ਵੀ ਖਾਣਾ ਪੈਂਦਾ? ਹਾਂਜੀ, ਪਿੱਤੇ 'ਚ ਪੱਥਰੀ ਆ ਨਾ ਮੇਰੇ, ਫਿਰ ਉਹ ਵੀ ਪਿੱਤਾ ਹੀ ਕਢਾਉਣਾ ਪੈਣਾ, ਤੇ ਉਹ ਫਿਰ ਉਹ- ਸੋਜ ਹੋ ਜਾਂਦੀ ਨਾ, ਨੂੰ ਕੰਮ ਜੂ ਕਰਦੀ। ਪਰ ਤੁਸੀਂ ਉਹ ਗੱਲ ਦੀ ਚਿੰਤਾ ਨਹੀਂ ਕਰਨੀ, ਉਹ ਵੀ ਜੇ ਆਪਰੇਸ਼ਨ ਦੀ ਲੋੜ ਪਈ ਉਹ ਤੁਹਾਡਾ ਅਸੀਂ ਕਰਵਾ ਦਿਆਂਗੇ, ਕੋਈ ਗੱਲ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਤੇ ਮੈਂ ਤੇ ਵੇਖ ਰਿਹਾ ਤੁਹਾਡੇ ਘਰ ਬਿਜਲੀ ਦਾ ਕਨੈਕਸ਼ਨ ਹੀ ਹੈ ਨਹੀਂ। ਉਹ ਜਦੋਂ ਨਵਾਂ ਲਿਆ ਸੀ ਨਾ, ਤੇ ਫਿਰ ਇਦਾਂ ਉਦੋਂ ਸਿਆਲ ਸੀ, ਤੇ ਬਾਅਦ 'ਚ ਮੈਂ ਪ੍ਰਸ਼ਨ ਕਰਾ ਲਿਆ, ਤੇ ਉਦੋਂ ਦੀ ਉਧਰ ਹੀ ਰਹਿਨੀ, ਇੱਧਰ ਕਿਤੇ ਇਹ ਮੰਮੀ ਹੁਣੀ ਆ ਜਾਂਦੇ ਜਾਂ ਕਿੱਦਾਂ ਕਿਸੇ ਵੇਲੇ ਗੇੜਾ ਲਾ ਜਾਂਦੀ। ਫਿਰ ਹੁਣ ਬੱਚੇ ਇਹੋ ਜਿਹੇ ਥਾਂ ਨਹੀਂ ਰਹਿੰਦੇ, ਆ ਨੀਵਾਂ ਬੜਾ ਹੀ, ਅੰਦਰ ਪਾਣੀ ਚੱਲ ਜਾਂਦਾ, ਫਿਰ ਮਿੱਟੀ ਪਵਾਈ ਉਦੋਂ ਦੀ। ਕਿੰਨੇ ਕੁ ਪੈਸੇ ਦੇ ਦਈਏ? ਜੋ ਵੀ ਤੁਹਾਡੀ ਮਨ ਦੀ ਇੱਛਾ ਦੇ ਦਿਓ, ਕੋਈ ਗੱਲ ਨਹੀਂ। ਦੱਸੋ ਤੁਸੀਂ। ਨਹੀਂ ਕੋਈ ਨਹੀਂ। ਮਾਵਾਂ ਦੇ ਮਨ 'ਚ ਬੜਾ ਕੁਝ ਹੁੰਦਾ ਹੈ। ਫਿਰ ਧੀ ਦਾ ਕੋਈ ਵਿਆਹੁਣਾ ਸੂਟ, ਚੂੜਾ, ਕਲੀਰੇ, ਸਾਰਾ ਕੁਝ ਲੈਣਾ ਕਿ ਲੈ ਲਿਆ? ਨਹੀਂ ਅਜੇ ਨਹੀਂ ਲਿਆ। ਅਜੇ ਨਹੀਂ ਲਿਆ? ਨਹੀਂ, ਮਤਲਬ ਕਿ ਤੁਹਾਡੇ ਮਨ 'ਚ ਸੀਗਾ ਵੀ 7000 ਰੁਪਈਆ ਵਾ, ਤੇ ਕੀ ਆਉਂਦਾ ਸੀ ਮਨ 'ਚ ਵੀ ਇਹਦਾ ਚੂੜਾ ਵੀ ਲੈਣਾ, ਧੀ ਦਾ ਵਿਆਹੁਣਾ ਸੂਟ ਵੀ ਲੈਣਾ, ਕੁਝ ਹੋਰ ਵੀ ਜ਼ਰੂਰੀ ਸਮਾਨ ਹੁੰਦਾ ਧੀਆਂ ਦਾ ਬੜਾ, ਤੇ ਕੁਝ ਲੰਗਰ ਪਾਣੀ ਲਈ ਵੀ ਚਾਹੀਦਾ? ਹਾਂਜੀ ਹਾਂਜੀ। ਤੇ ਕੀ ਮਨ 'ਚ ਸੀ ਵੀ ਇੰਨੇ ਕੁ ਪੈਸੇ ਨਾਲ ਕਿੱਦਾਂ ਸਾਰਾਂਗੇ? ਉਹ ਫਿਰ ਇਦਾਂ ਹੀ, ਫਿਰ ਅਜੇ ਪੁੱਛਣ ਡਏ ਹੈ ਨਾ, ਫਿਰ ਪੈਸੇ ਕਦੀ ਵਿਆਜ ਦੇ ਹਿਸਾਬ ਨਾਲ ਹੀ, ਤੇ ਵਿਆਜ ਤੇ ਤੁਹਾਨੂੰ ਪਤਾ ਉੱਠਣ ਨਹੀਂ ਦਿੰਦਾ, ਫਿਰ ਗਾੜਲੇ ਬੰਨੇ ਥੋੜਾ ਬਾਤਾ ਤੇ ਕਰਨਾ ਹੀ ਪੈਂਦਾ ਨਾ। ਕਿੰਨੇ ਪੈਸੇ ਮੰਗੇ ਤੁਸੀਂ ਵਿਆਜ ਤੇ? ਪੁੱਛਿਆ ਦੋ ਕੁ ਥਾਵਾਂ ਤੋਂ 10,000 ਰੁਪਈਆ। 10,000? ਹਾਂਜੀ ਹਾਂਜੀ। ਇੱਕ ਤੇ ਤੁਹਾਨੂੰ ਉਹ ਦੇਣ ਦੀ ਲੋੜ ਨਹੀਂ, ਉਹ ਅੱਜ ਅਸੀਂ ਆਪਣੀ ਸਾਡੀ ਸੰਸਥਾ ਵਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਕੈਨੇਡਾ ਦੀ, ਤੇ ਸਾਨੂੰ ਸੰਗਤ ਸੇਵਾ ਭੇਜ ਦਿੰਦੀ ਆ ਕਿਸੇ ਵੇਲੇ। ਅਸੀਂ ਜਿਹੜਾ ਵਾ ਉਹ ਇਸ ਤਰ੍ਹਾਂ ਤੁਹਾਡੇ ਵਰਗੇ ਲੋੜਵੰਦ ਪਰਿਵਾਰਾਂ ਦੀ, ਸ਼ਹੀਦ ਪਰਿਵਾਰਾਂ ਦੀ ਅਸੀਂ ਸੇਵਾ ਕਰਦੇ ਰਹਿੰਦੇ ਹਾਂ। ਤੇ ਵੈਸੇ ਅਸੀਂ 10,000 ਰੁਪਇਆ ਦਿੰਦੇ ਹਾਂ ਜੇ ਕਿਸੇ ਵੀ ਪਰਿਵਾਰ ਨੂੰ ਪਹਿਲੇ ਦਿਨ ਜਦੋਂ ਅਸੀਂ ਜਾਂਦੇ ਹਾਂ, ਪਰ ਅੱਜ ਅਸੀਂ ਤੁਹਾਨੂੰ, ਤੁਸੀਂ 10 ਕਿਸੇ ਕੋ ਤੇ 10 ਇੱਕ ਕੋ ਮੰਗਿਆ, ਅੱਜ ਤੁਹਾਨੂੰ ਅਸੀਂ 20 ਨਹੀਂ 25,000 ਦਿਆਂਗੇ। ਠੀਕ ਹੈ ਭਾਈ, ਬੜੀ ਮਿਹਰਬਾਨੀ ਤੁਹਾਡੀ। ਠੀਕ। ਕੁਛ ਸਰਜੂ ਹੁਣ ਇਹਦੇ ਨਾਲ?
ਹਾਂਜੀ ਹਾਂਜੀ ਸਰ ਜੀ। ਸਾਧ ਸੰਗਤ ਜੀ, ਗੱਲ ਇਸ ਤਰ੍ਹਾਂ ਹੈ ਕਿ ਇਸ ਬੀਬੀ ਦਾ ਨੰਬਰ ਨੋਟ ਕਰ ਲਓ। ਪਿੰਡ ਝਬਾਲ ਤੋਂ ਅਟਾਰੀ ਰੋਡ ਤੇ ਗਿੱਦੜੀ ਬਘਿਆੜੀ ਪਿੰਡ ਹੈ ਜੀ। ਬੀਬੀ ਦਾ ਨਾਂ ਆ ਨਰਿੰਦਰ ਕੌਰ, ਆਪਣੇ ਪੇਕਿਆਂ ਦੇ ਘਰ ਰਹਿੰਦੀ ਆ ਤੇ 30 ਨੂੰ ਸ਼ਗਨ ਤੇ 31 ਅਗਸਤ ਨੂੰ ਇਹਨਾਂ ਦੀ ਧੀ ਦਾ ਵਿਆਹ ਜੇ। ਤੇ ਨੰਬਰ ਜੇ ਇਹਨਾਂ ਦਾ 8198 21949 8198 21949। ਡਾਇਰੈਕਟ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜੋ ਇਸ ਧੀ ਨੂੰ ਸ਼ਗਨ ਦੇਣਾ ਚਾਹੋ, ਇਹ ਤੁਹਾਡੀ ਖੁਸ਼ੀ ਆ। ਜਿਹੜੇ ਲੋਕ ਸਾਡੇ ਤੇ ਭਰੋਸਾ ਕਰਦੇ ਆ, ਉਹ ਸਾਡਾ ਨੰਬਰ ਤੁਹਾਡੇ ਕੋਲ ਹੈਗਾ ਹੀ ਆ। ਤੁਸੀਂ ਸਾਡੇ ਨੰਬਰ ਤੇ ਕਾਲ ਕਰਕੇ ਜਾਂ ਸਕਰੀਨ ਦੇ ਉੱਤੇ ਸਾਡੇ ਨੰਬਰ ਜੇ ਆ ਰਹੇ ਨੇ, ਇਹਨਾਂ ਤੇ ਕਾਲ ਕਰਕੇ ਜੇ ਸਾਡੇ ਕੋਲ ਵੀ ਜੋ ਵੀ ਤਿਲ ਫੁੱਲ ਭੇਟਾ ਆਏਗੀ, ਅਸੀਂ ਇਸ ਪਰਿਵਾਰ ਤੱਕ ਪਹੁੰਚਾ ਦਿਆਂਗੇ। ਕਿਉਂਕਿ ਸਿਰਫ ਧੀ ਦਾ ਵਿਆਹ ਨਾ ਵੇਖਿਓ ਕਿ ਇਹ ਹੁਣ 31 ਅਗਸਤ ਤੱਕ ਆ। ਇਸ ਘਰ ਦੇ ਵਿੱਚ ਬਿਜਲੀ ਦਾ ਵੀ ਪ੍ਰਬੰਧ ਨਹੀਂ ਜੇ, ਇਸ ਘਰ ਦੇ ਵਿੱਚ ਫਲੱਸ਼ ਬਾਥਰੂਮ ਵੀ ਨਹੀਂ ਜੇ ਹੈਗਾ, ਸਿਰਫ ਇੱਕ ਸਰਕਾਰੀ ਟੂਟੀ ਆ। ਔਰ ਬਹੁਤ ਜ਼ਿਆਦਾ ਜ਼ਿੰਦਗੀ ਜਿਹੜੀ ਮੁਸ਼ਕਲ ਦੇ ਵਿੱਚ ਆ। ਤੇ ਹੁਣ ਵਿਆਹ ਕਰਕੇ ਇਹ ਆਪਣੇ ਭਰਾਵਾਂ ਦੇ ਘਰ ਉੱਧਰ ਸ਼ਿਫਟ ਹੋ ਗਈ, ਕਿਉਂਕਿ ਇੱਥੇ ਨਾ ਫਲੱਸ਼, ਨਾ ਬਾਥਰੂਮ, ਨਾ ਪਾਣੀ ਦਾ ਉਹੋ ਜਿਹਾ ਬਹੁਤਾ ਵਧੀਆ ਪ੍ਰਬੰਧ, ਭਾਂਡਾ ਟਿੰਡਾ ਜਾਂ ਕਿਸੇ ਭੈਣ ਭਰਾ ਦੇ ਬਹਿਣ ਖਲੋਣ ਵਾਲਾ ਸਾਰੇ ਹਾਲਾਤ ਹੈ ਹੀ ਨਹੀਂ। ਤੁਹਾਨੂੰ ਕੈਮਰੇ ਦੀ ਅੱਖ ਨਾਲ ਸਾਰੇ ਘਰ ਦੇ ਹਾਲਾਤ ਅਸੀਂ ਜਿਹੜੇ ਆ ਉਹ ਵਿਖਾ ਦਿੰਦੇ ਆ। ਪਿੰਡੋਂ ਜਾਂ ਕਿਸੇ ਸਰਦੇ ਬਣਦੇ ਕਿਸੇ ਖਾਂਦੇ ਪੀਂਦੇ ਪਰਿਵਾਰ ਚੋਂ ਤੁਹਾਨੂੰ ਕੋਈ ਮਦਦ ਮਿਲੀ ਆ ਕਿਤੇ ਵੀ ਚਲੋ ਇਹ ਗਰੀਬ ਦੀ ਧੀ ਦਾ ਵਿਆਹ ਤੇ ਅਸੀਂ ਕੁਛ ਨਾ ਕੁਛ ਮਦਦ ਕਰੀਏ? ਨਹੀਂ ਹੈ, ਕਿਸੇ ਨਹੀਂ ਦਿੱਤੀ। ਸਿਰਫ ਤੁਸੀਂ ਵਿਆਜੀ ਮੰਗੇ ਆ ਪੈਸੇ? ਹਾਂਜੀ ਹਾਂਜੀ। ਕੋਈ ਰਿਸ਼ਤੇਦਾਰ ਭੈਣ ਭਰਾ ਹੈ ਕੋਈ ਖਾਂਦਾ ਪੀਂਦਾ ਜਿਹਦੇ ਤੋਂ ਉਮੀਦ ਆ ਕਿ ਸਾਡੀ ਕੁਛ ਮਦਦ ਕਰ ਦੂਗਾ? ਮਦਦ ਤੇ ਇਦਾਂ ਹੀ ਆ ਫਿਰ ਯਾਰ, ਜੇ ਕਿਸੇ ਤੋਂ ਲਵਾਂਗੇ ਤੇ ਕੱਲ ਨੂੰ ਦੇਣਾ ਵੀ ਪੈਣਾ, ਇਦਾਂ ਹੀ ਆ। ਉਹ ਤੇ ਹੁੰਦਾ ਹੈ ਵਿਆਹਾਂ 'ਚ, ਜੇ ਕੋਈ 100 ਦੇ ਗਿਆ ਸਾਨੂੰ ਤੇ ਕੱਲ ਨੂੰ ਅਸੀਂ ਵੀ ਉਹਦੇ ਉਤਨਾ ਹੀ ਦੇ ਦਿਆਂਗੇ ਜਾਂ ਵਾਪਸ। ਉਹ ਤੇ ਇਹ ਦੁਨੀਆਦਾਰੀ ਸਾਰਿਆਂ ਨਾਲ ਹੀ ਆ। ਉਹ ਗਰੀਬਾਂ ਨਾਲ ਅਮੀਰਾਂ ਨਾਲ ਇਹ ਵਰਤੋਂ ਵਿਹਾਰ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ। ਹਾਂਜੀ ਹਾਂਜੀ। ਹੁਣ ਜਦੋਂ ਲਾਕਡਾਊਨ ਸੀ ਉਦੋਂ ਮੈਂ ਪ੍ਰਸ਼ਨ ਕਰਾਇਆ ਸੀ ਤੇ ਜੱਗੇ ਵੀਰ ਨੇ ਮੈਨੂੰ ਰਾਸ਼ਨ ਦਵਾਇਆ। ਉਹ ਪਿੰਡ ਦੇ ਕਿਸੇ ਨੇ ਨਹੀਂ ਵੰਡਿਆ ਵੀ ਆ, ਨਾ ਦਿੱਤਾ ਨਹੀਂ ਆ। ਅੱਛਾ। ਹਾਂਜੀ, ਮਤਲਬ ਕਿ ਜਿਹੜੇ ਇਹਨਾਂ ਦੇ ਕੂਨ ਸਹਿਣ ਵਾਲੇ ਆ, ਲਿਸਟਾਂ ਤੇ ਨਾ ਸਾਡੇ ਗਏ ਆ ਤੇ ਇਹਨਾਂ ਨੇ ਦਿੱਤਾ ਹੀ ਨਹੀਂ ਕੁਛ। ਇੱਕ ਹਿਸਾਬ ਨਾਲ ਚੋਰੀ ਵੰਡਿਆ ਇਹਨਾਂ ਨੇ ਸਭ ਦਾ। ਗੁਰੂ ਘਰ ਜਾਂਦੇ ਹੋ ਕਿ ਗਿਰਜੇ? ਨਹੀਂ ਨਹੀਂ, ਗੁਰੂ ਘਰ। ਗੁਰੂ ਘਰ ਹਾਂਜੀ ਹਾਂਜੀ। ਰੰਗਰੇਟਾ ਪਰਿਵਾਰ ਹੈ, ਮਾਫ ਕਰਨਾ ਇਹ ਸਵਾਲ ਜਿਹੜਾ ਵਾ ਮੈਂ ਇਸ ਕਰਕੇ ਕਰ ਬੈਠਾ ਕਿਉਂਕਿ ਬਹੁਤ ਸਾਰੇ ਸਾਡੇ ਰੰਗਰੇਟੇ ਪਰਿਵਾਰ ਜਿਹੜੇ ਨੇ ਕਿਤੇ ਨਾ ਕਿਤੇ ਕ੍ਰਿਸਚਨ ਧਰਮ ਨੂੰ ਅਡਾਪਟ ਕਰ ਰਹੇ ਆ, ਪਰ ਇਹ ਗੁਰੂ ਘਰ ਨਾਲ ਜੁੜਿਆ ਹੋਇਆ ਰੰਗਰੇਟਾ ਪਰਿਵਾਰ ਆ। ਔਰ ਰੰਗਰੇਟੇ ਤੇ ਗੁਰੂ ਕੇ ਬੇਟੇ ਨੇ। ਤੇ ਸਾਧ ਸੰਗਤ ਜੀ, ਆਓ ਸਾਰੇ ਰਲ ਮਿਲ ਕੇ ਇਸ ਧੀ ਦੀ ਵੀ ਡੋਲੀ ਤੋਰੀਏ। ਹੁਣ ਇੱਥੇ ਕੋਈ ਗੱਲ ਕਰਨ ਸੁਣਨ ਵਾਲੀ ਹੈ ਨਹੀਂ, ਸਮਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕੋਈ ਲੰਮੀ ਕਹਾਣੀ ਜਿਹੜੀ ਪਾਈਏ ਤੇ ਇਸ ਧੀ ਦੀ ਡੋਲੀ ਰੁਖਸਤ ਕਰੀਏ। ਕਿਉਂਕਿ ਹੁਣ ਤੱਕ ਤੁਹਾਡੇ ਭਰੋਸੇ ਦੇ ਉੱਤੇ ਬੜੀਆਂ ਧੀਆਂ ਵਿਆਹੀਆਂ ਗਈਆਂ ਨੇ ਤੇ ਤੁਸੀਂ ਸੰਗਤ ਨੂੰ ਕੁਝ ਕਹਿਣਾ ਚਾਹੋ। ਤੁਸੀਂ ਇਹ ਸਮਝੋ ਕਿ ਸਾਰੀ ਦੁਨੀਆ ਸੁਣ ਰਹੀ ਆ। ਜੇ ਕੁਝ ਚਾਹੁੰਦੇ ਹੋ ਤੁਸੀਂ ਆਪਣੇ ਮੂੰਹੋਂ ਅਪੀਲ ਕਰੋ ਕਿ ਮੇਰੀ ਮਦਦ ਕਰੋ ਜਾਂ ਮੇਰੀ ਧੀ ਦੇ ਵਿਆਹ 'ਚ ਮੇਰਾ ਸਾਥ ਦਿਓ। ਸਾਥ ਤੇ ਲੈਣ ਦੀ ਜ਼ਰੂਰਤ ਹੈ ਹੀ ਆ ਫਿਰ, ਪਰ ਉਹ ਆਪਣੀ ਮਰਜ਼ੀ ਹੁੰਦੀ ਜੋ ਸਰਦਾ ਬੰਦਾ ਹੋਵੇ। ਨਹੀਂ, ਜੇ ਤੁਸੀਂ ਕਹੋਗੇ ਤਾਂ ਸੰਗਤ ਜ਼ਰੂਰ ਸੁਣੇਗੀ। ਹਾਂ, ਸਰਦਾ ਬੰਦਾ ਦੇ ਦਿਓ ਵੀਰ ਜੀ, ਜੋ ਵੀ ਤੁਹਾਡੀ ਮਰਜ਼ੀ। ਕਈ ਵਾਰੀ ਖਾਮੋਸ਼ੀ ਜਿਹੜੀ ਆ ਉਹ ਜ਼ਿਆਦਾ ਗੱਲਾਂ ਕਰ ਜਾਂਦੀ ਆ। ਭੈਣ ਨੇ ਬੜੇ ਥੋੜ੍ਹੇ ਜਿਹੇ ਲਫ਼ਜ਼ਾਂ ਦੇ ਵਿੱਚ ਹੀ ਸੰਗਤ ਨੂੰ ਬੇਨਤੀ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਪ੍ਰਵਾਨ ਕਰੋਗੇ। ਬਾਕੀ ਤੁਹਾਡਾ ਹੀ ਭੇਜਿਆ ਸਾਡੇ ਕੋਲ ਹੈ 25,000 ਰੁਪਈਆ, ਅਸੀਂ ਆਪਣੇ ਕੋਲੋਂ ਤੇ ਕੀ ਦੇਣਾ, ਪਰ ਫਿਰ ਵੀ ਜੋ ਯਥਾ ਸੰਭਵ ਹੈ ਆਪਣੇ ਕੋਲੋਂ ਵੀ ਕਰਨ ਦਾ ਯਤਨ ਕਰਾਂਗੇ। ਤੇ ਅੱਜ ਅਸੀਂ 25,000 ਰੁਪਈਆ ਇਹਨਾਂ ਦੇ ਸਪੁਰਦ ਕਰਦੇ ਹਾਂ ਜੀ। ਬਾਕੀ ਸੰਗਤ ਦੇ ਹਵਾਲੇ ਆ। ਨੰਬਰ ਇੱਕ ਵਾਰੀ ਮੈਂ ਫਿਰ ਬੋਲਦੇ ਹਾਂ, 8198 21949। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਸ ਭੈਣ ਨੂੰ ਕੁਛ ਸ਼ਗਨ ਕੋ ਤਿਲ ਫੁੱਲ ਭੇਟਾ ਜਿਹੜੀ ਆ ਉਹ ਜ਼ਰੂਰ ਭੇਜਣ ਦੀ ਖੇਚਲ ਕਰਿਓ। ਬਹੁਤ ਧੰਨਵਾਦ ਜੀ। ਇਸ ਵਕਤ ਸਰਦਾਰ ਜਸਵੰਤ ਸਿੰਘ ਹੁਣੀ ਸਾਡੇ ਨਾਲ ਨੇ ਜੀ। ਇਹ ਜਿਸ ਬੇਟੀ ਦਾ ਵਿਆਹ ਉਹਨਾਂ ਦੇ ਇਹ ਨਾਨਾ ਜੀ ਨੇ ਔਰ ਇਸ ਵਕਤ ਇਹਨਾਂ ਦੇ ਘਰ ਦੇ ਵਿੱਚ ਹੀ ਹੁਣ ਸਾਰਾ ਜਿਹੜਾ ਵਿਆਹ ਦਾ ਕਾਜ ਜਿਹੜਾ ਉੱਧਰ ਹੀ ਰਚਾਇਆ ਜਾ ਰਿਹਾ ਤੇ ਇਹਨਾਂ ਨਾਲ ਗੱਲ ਕਰਦੇ ਹਾਂ। ਸਰਦਾਰ ਜਸਵੰਤ ਸਿੰਘ ਜੀ, ਹਾਂਜੀ ਤੁਹਾਡੀ ਦੋਤੀ ਦਾ ਵਿਆਹ ਸਭ ਤੋਂ ਪਹਿਲਾਂ ਤੇ ਵਧਾਈਆਂ। ਹਾਂਜੀ, ਤੁਹਾਨੂੰ ਵਧਾਈ ਜੀ।
ਜਿਹੜੀ ਮੁਸ਼ਕਲ ਸੀ ਕੁਝ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਅਸੀਂ 25000 ਰੁਪਇਆ ਜਿਹੜਾ ਵਾ ਸਪੁਰਦ ਕੀਤਾ ਵਾ ਤੁਹਾਡੀ ਧੀ ਦੇ। ਹਾਂਜੀ ਤੇ ਕਿੰਨਾ ਕੁ ਆਸਰਾ ਹੋਇਆ ਜਾਪਦਾ? ਬਹੁਤ ਹੋ ਗਿਆ ਜੀ, ਖੁਸ਼ੀ ਹੋ ਗਈ ਹੈ। ਅੱਛਾ, ਹਾਂਜੀ ਖੁਸ਼ੀ ਹੋ ਗਈ। ਮੁਸ਼ਕਲ ਜਾਪਦੀ ਸੀ ਕੋਈ ਪੀ ਹਾਂਜੀ, ਕੇ? ਹਾਂਜੀ, ਤੁਸੀਂ ਕੀ ਕੰਮ ਕਰਦੇ ਹੋ? ਅਸੀਂ ਮੈਂ ਦਿਹਾੜੀ ਕਰਦਾ ਜੀ। ਦਿਹਾੜੀ ਕਰ। ਹਾਂਜੀ 5 ਸਾਲ ਹੋ ਗਏ ਆ ਮੇਰੇ ਪੱਥਰੀਆਂ ਆ, ਅੱਛਾ ਤੇ ਅੱਧੀ ਦਿਹਾੜੀ ਕਰਦਾ, ਗੋਲੀ ਗੱਟਾ ਖਾ ਕੇ ਤੇ ਰਾਤ ਕੱਢ ਲਈਦੀ ਆ, ਅੱਛਾ। ਦਿਨੇ ਫਿਰ ਤੁਰੇ ਫਿਰੀਦਾ ਜੀ। ਹੁਣ ਲਾਕਡਾਊਨ ਦੇ ਵਿੱਚ ਤੇ ਵਾਕਿਆ ਹੀ ਕੰਮਕਾਰ ਤੇ ਕਰਾਂਗੇ ਤੇ ਫੇਰ ਹੀ ਚੱਲੂਗਾ। ਹਾਂਜੀ ਹਾਂਜੀ ਤੇ ਮਨ ਦੇ ਵਿੱਚ ਥੋੜੀ ਪਰੇਸ਼ਾਨੀ ਸੀਗੀ। ਤੁਸੀਂ ਵੈਸੇ ਕਰ ਰਹੇ ਸੀ ਕੁਛ? ਕੋਈ ਗੱਲ ਨਹੀਂ, ਘਬਰਾਉਣਾ ਨਹੀਂ ਕਿਸੇ ਗੱਲ ਤੋਂ। ਹੁਣ ਸੱਚੇ ਪਾਤਸ਼ਾਹ ਸੰਗਤ ਤੁਹਾਡੇ ਨਾਲ ਆ, ਕੋਈ ਗੱਲ। ਕਿੰਨੇ ਚਿਰ ਤੋਂ ਇਹ ਬੇਟੀ ਤੁਹਾਡੇ ਕੋਲ ਰਹਿ ਰਹੀ ਆ? ਇਹਨੂੰ 25-30 ਸਾਲ ਹੋ ਗਏ। ਤੇ ਪਹਿਲਾਂ ਰੇੜਕਾ ਜਿਹਾ ਪਿਆ ਰਿਹਾ ਸੀ, ਜੀ ਤੇ ਜਦੋਂ ਮੁੜ ਕੇ ਰੌਲਾ ਗੋਲਾ ਪਿਆ ਸੀ ਜੀ, ਉਦੋਂ ਛੋਟੇ ਛੋਟੇ ਬੱਚੇ ਸੀ ਜਦੋਂ ਸਾਡੇ ਕੋਲ ਆਏ ਆ। ਠੀਕ। ਹਾਂਜੀ ਉਦੋਂ ਦੇ ਫਿਰ ਤੁਸੀਂ ਬੱਚੇ ਪਾਲੇ ਪੜ੍ਹਾਏ ਹਾਂਜੀ, ਨਾਲ? ਹਾਂਜੀ। ਠੀਕ ਹੈ। ਬੇਟੀ ਕੁਛ ਪੜ੍ਹੀ ਵੀ ਹੈ ਜਿਹਦਾ ਵਿਆਹ ਹੈ? ਹਾਂਜੀ ਥੋੜੇ ਜਿਹੇ ਪੜੀ ਜਾ। ਠੀਕ ਹੈ। ਹਾਂਜੀ ਚਲੋ ਕੋਈ ਨਹੀਂ, ਕਿਸੇ ਗੱਲੋਂ ਹੁਣ ਘਬਰਾਉਣਾ ਨਹੀਂ। ਤੁਹਾਡੀ ਕਿਤੇ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਨੇ ਸੁਣ ਲਈ ਆ, ਹਾਂਜੀ ਤੇ ਇਹ ਆ ਵੀ ਸਾਨੂੰ ਸਮਾਂ ਥੋੜਾ ਜਿਹਾ ਹੋਰ 10 ਕੁ ਦਿਨ ਦਾ ਮਿਲਿਆ ਹੁੰਦਾ ਤੇ ਹੋਰ ਵੀ ਬਿਹਤਰ ਕਰਦੇ ਸਾਰਾ ਕੁਝ। ਪਰ ਫਿਰ ਵੀ ਹੁਣ ਵੀ ਸਾਡੇ ਨੰਬਰ ਤੁਹਾਡੇ ਕੋਲ ਨੇ। ਹਾਂਜੀ ਜਦੋਂ ਮਰਜ਼ੀ ਕੋਈ ਮੁਸ਼ਕਲ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਆਵੇ ਹਾਂਜੀ ਤੁਸੀਂ ਸਾਨੂੰ ਫੋਨ ਕਰਨਾ। ਬਾਕੀ ਤੁਹਾਡੀ ਬੇਟੀ ਦਾ ਜਿਹੜਾ ਵਾ ਪੱਥਰੀ ਦਾ ਕੋਈ ਆਪਰੇਸ਼ਨ ਹੈ, ਉਹਦੇ ਪਿੱਤੇ 'ਚ ਪੱਥਰੀ ਆ, ਹਾਂਜੀ। ਅਸੀਂ ਉਹਦੀ ਵੀ ਜ਼ਿੰਮੇਵਾਰੀ ਲਵਾਂਗੇ ਠੀਕ ਹੈ ਜੀ। ਕਿ ਅਸੀਂ ਉਹਦਾ ਵੀ ਇਲਾਜ ਕਰਾਵਾਂਗੇ। ਹਾਂਜੀ। ਤੁਹਾਨੂੰ ਕੋਈ ਮੁਸ਼ਕਲ ਪ੍ਰੋਬਲਮ ਆ, ਤੁਸੀਂ ਤਗੜੇ ਹੋ ਕੇ ਇਹਨੂੰ ਦੋਤੀ ਨਹੀਂ ਧੀ ਵਾਂਗੂ ਹੀ ਤੋਰਨਾ ਵਾ। ਹਾਂਜੀ ਹਾਂਜੀ ਤੇ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਵੀ ਅੱਗੇ ਕੋਈ ਜ਼ਿੰਦਗੀ ਸੁਖਾਲੀ ਹੋ ਜਾਏ, ਕਿਉਂਕਿ ਬੜੀਆਂ ਮੁਸ਼ਕਲਾਂ ਦੇ ਵਿੱਚ ਜ਼ਿੰਦਗੀ ਲੰਘੀ ਆ ਬੱਚਿਆਂ ਦੀ। ਹਾਂਜੀ ਤੇ ਤਗੜੇ ਹੋ ਕੇ ਇਹ ਘਰ ਦਾ ਤੁਸੀਂ ਕਰਨਾ ਵਾ। ਬਿਜਲੀ ਦਾ ਪ੍ਰਬੰਧ ਵੀ ਕਰੋ ਇੱਥੇ, ਹਾਂਜੀ ਕਰਦੇ ਹਾਂ। ਤੇ ਫਲੱਸ਼ ਬਾਥਰੂਮ ਦਾ ਸਾਰਾ ਰਲ ਮਿਲ ਕੇ ਅਸੀਂ ਕਰ ਦਿਆਂਗੇ। ਠੀਕ ਹੈ ਜੀ। ਹਾਂਜੀ, ਇਹ ਸਰਪੰਚ ਜਿਹੜਾ ਵਾ ਸਰਕਾਰ ਵੱਲੋਂ ਫਲੱਸ਼ ਬਾਥਰੂਮ ਬਣ ਰਹੇ ਘਰ ਘਰ, ਤੇ ਉਹਨਾਂ ਵੱਲੋਂ ਨਹੀਂ ਬਣਦਾ ਸਰਕਾਰੀ ਇੱਥੇ? ਨਹੀਂ ਜੀ ਇੱਥੇ ਨਹੀਂ, ਪਹਿਲਾਂ ਬਣੇ ਹੁਣ ਨਹੀਂ ਬਣੇ। ਅੱਛਾ ਹਾਂਜੀ ਠੀਕ ਹੈ। ਹਾਂਜੀ ਚਲੋ ਕੋਈ ਨਹੀਂ, ਜਿੱਥੇ ਸਰਕਾਰ ਨਹੀਂ ਪਹੁੰਚਦੀ ਉੱਥੇ ਫਿਰ ਸੰਗਤ ਪਹੁੰਚਦੀ ਆ, ਹਾਂਜੀ ਹਾਂਜੀ ਤੇ ਜ਼ਰੂਰ ਪਹੁੰਚੇਗੀ, ਚਿੰਤਾ ਨਹੀਂ ਕਰਨੀ। ਠੀਕ ਹੈ ਬਹੁਤ ਮਿਹਰਬਾਨੀ। ਤਗੜੇ ਹੋ ਕੇ ਹੁਣ ਘਬਰਾਉਣਾ ਨਹੀਂ ਕਿਸੇ ਗੱਲੋਂ, ਜਿਉਂਦੇ ਵਸਦੇ ਰਹੋ। ਸਾਧ ਸੰਗਤ ਜੀ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅੱਜ ਬੀਬੀ ਨਰਿੰਦਰ ਕੌਰ ਨੂੰ, ਜਿਨ੍ਹਾਂ ਦੀ ਧੀ ਦਾ ਵਿਆਹ ਵਾ ਜੀ 31 ਅਗਸਤ ਨੂੰ, ਉਹਨਾਂ ਦੀ ਧੀ ਦੇ ਵਿਆਹ ਦੇ ਲਈ ਅੱਜ ਅਸੀਂ 25000 ਰੁਪਈਆ ਜਿਹੜਾ ਇਹਨਾਂ ਦੇ ਸਪੁਰਦ ਕਰ ਰਹੇ ਹਾਂ, ਤਾਂ ਕਿ ਥੋੜ੍ਹਾ ਬਹੁਤਾ ਕੋਈ ਲੰਗਰ ਪਾਣੀ ਦਾ, ਕੁਛ ਕੱਪੜੇ ਲੱਤੇ ਦਾ ਇਹਨਾਂ ਨੂੰ ਕੁਛ ਰਾਹਤ ਜਿਹੜੀ ਆ ਹੋ ਸਕੇ। ਕਿਉਂਕਿ ਜਿਵੇਂ ਬੀਬੀ ਨੇ ਦੱਸਿਆ ਗੱਲਬਾਤ ਦੌਰਾਨ ਕਿ 7000 ਰੁਪਈਆ ਹੁਣ ਤੱਕ ਆ, ਤੇ ਮੈਂ ਸਮਝਦਾ ਕਿ 25000 ਦੇ ਨਾਲ ਕੁਛ ਰਾਹਤ ਹੋ ਜੂ। ਬਾਕੀ ਸਭ ਕੁਝ ਸੰਗਤ ਦੇ ਹਵਾਲੇ ਆ। ਔਰ ਇਸ ਪਰਿਵਾਰ ਦੇ ਬਾਰੇ ਜਿਹੜੀ ਸਾਨੂੰ ਜਾਣਕਾਰੀ ਮਿਲੀ ਸੀ, ਇੱਥੋਂ ਦਾ ਹੀ ਇੱਕ ਨੌਜਵਾਨ ਜਗਜੀਤ ਸਿੰਘ ਜੱਗਾ, ਜਿਹੜਾ ਖੁਦ ਮਤਲਬ ਇਸ ਤਰ੍ਹਾਂ ਹੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਆ ਉਹ ਸੇਵਾ ਕਰਦਾ ਰਹਿੰਦਾ। ਤੇ ਜੱਗੇ ਨਾਲ ਗੱਲ ਕਰਦੇ ਹਾਂ। ਜੱਗੇ ਵੀਰ, ਅੱਜ ਹੀ ਫੋਨ ਕੀਤਾ ਹੈ, ਕਿਤੇ ਟਾਈਮ ਬੜਾ ਥੋੜਾ ਤੁਸੀਂ ਦਿੱਤਾ, ਕਿਤੇ 10 ਦਿਨ ਪਹਿਲਾਂ ਫੋਨ ਕੀਤਾ ਹੁੰਦਾ ਤੇ ਹੋਰ ਵਧੀਆ ਢੰਗ ਨਾਲ ਸੇਵਾ ਹੋ ਸਕਦੀ ਸੀ, ਪਰ ਤੁਸੀਂ ਇੰਨੇ ਸ਼ਾਰਟ ਨੋਟਿਸ ਦੇ ਵਿੱਚ ਵੀ ਫਿਰ ਵੀ ਅਸੀਂ ਉਸੇ ਵੇਲੇ ਪਹੁੰਚੇ ਹਾਂ। ਤੇ ਕਿਵੇਂ ਤੁਹਾਨੂੰ ਸਾਡੇ ਬਾਰੇ ਜਾਣਕਾਰੀ ਸੀ? ਭਾਈ ਸਾਹਿਬ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜੀ ਸਰ, ਤੁਹਾਡੀ ਬਹੁਤ ਹੀ ਜ਼ਿਆਦਾ ਵੀਡੀਓ ਮੈਂ ਵੇਖਣਾ ਵਾਂ ਜੀ YouTube ਤੇ। ਜਦੋਂ ਵੀ ਮੋਬਾਈਲ ਖੋਲੀ ਦਾ ਜਾਂ ਕਿਸ ਤਰ੍ਹਾਂ ਮੈਂ ਵੀਡੀਓ ਤੁਹਾਡੀ ਵੇਖਣਾ ਵਾਂ YouTube ਦੀ। ਮਿਹਰਬਾਨੀ। ਜੋ ਵੀ ਤੁਸੀਂ ਕੰਮ ਕਰਨ ਡਏ ਜੋ ਬਹੁਤ ਹੀ ਚੰਗਾ ਤੇ ਬਹੁਤ ਹੀ ਸੋਹਣਾ ਕਰਨ ਡਏ ਜੋ। ਬਾਕੀ ਇਹਨਾਂ ਮੈਨੂੰ ਪਰਸੋਂ ਕਾਲ ਕੀਤੀ ਸੀ, ਲੋਕਡਾਊਨ 'ਚ ਵੀ ਆਪਾਂ 1-2 ਵਾਰ ਇਹਨਾਂ ਦਾ ਵੀ ਰਾਸ਼ਨ ਦਿੱਤਾ ਵਾ, ਤੇ ਜਿੰਨਾ ਵੀ ਹੋ ਸਕਿਆ ਆਪਣੇ ਘਰੋਂ ਤੇ ਦਿੱਤਾ ਨਹੀਂ ਆ, ਤੇ ਜਿਤਨਾ ਪਿੱਛੋਂ ਆਇਆ ਇਸ ਤਰ੍ਹਾਂ ਦਿੱਤਾ ਵਾ। ਤੇ ਇਹਨਾਂ ਦਾ ਲੋੜ ਪਰਿਵਾਰ ਇਹਨਾਂ ਦੀ ਹੈਗੀ ਆ। ਪਰਸੋਂ ਮੈਨੂੰ ਫੋਨ ਕੀਤਾ, ਮੈਂ ਤੁਹਾਨੂੰ ਕੀਤਾ, ਤੁਸੀਂ ਜਦੋਂ ਤੁਹਾਨੂੰ ਮੈਂ ਫੋਨ ਕੀਤਾ ਤੁਸੀਂ ਤੁਰੰਤ ਹੀ ਆਖਿਆ ਕੋਈ ਗੱਲ ਨਹੀਂ ਆ, ਜਿਸ ਤਰ੍ਹਾਂ ਵੀ ਤੁਸੀਂ ਆਖੋਗੇ ਉਸ ਤਰ੍ਹਾਂ ਕਰ ਲਾਂਗੇ। ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਸ਼ੁਕਰੀਆ ਜਿਹੜਾ ਤੁਸੀਂ ਇੱਥੋਂ ਤੱਕ ਇਹਨਾਂ ਨੂੰ ਪਹੁੰਚਾਇਆ ਵਾ। ਇਹਨਾਂ ਦੀ ਧੀ ਦਾ ਇਹਨਾਂ ਨੂੰ ਇੰਨੀ ਜ਼ਿਆਦਾ ਟੈਨਸ਼ਨ ਸੀ ਵੀ ਕੱਪੜਾ ਕਿੱਥੋਂ ਲੈਣਾ ਵਾ, ਸੌਦਾ ਕਿੱਥੋਂ ਲੈਣਾ ਵਾ, ਜੱਗੇ ਅਸੀਂ ਕੀ ਕਰਾਂਗੇ। ਮੈਂ ਕਿਹਾ ਕੋਈ ਗੱਲ ਨਹੀਂ, ਕੋਈ ਨਾ ਕੋਈ ਉੱਠ ਜਾਂਦਾ, ਕੋਈ ਨਾ ਕੋਈ ਸੇਵਾਦਾਰ ਕੋਈ ਨਾ ਕੋਈ ਖੜ ਜਾਂਦਾ। ਬਾਕੀ ਤੁਹਾਡਾ ਚਲੋ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਇੱਥੋਂ ਤੱਕ ਪਹੁੰਚਾਇਆ ਜੋ। ਸਿਆਣਿਆਂ ਦੀ ਕਹਾਵਤ ਹੈ, ਔਰ ਬਹੁਤ ਵਾਰ ਮੈਂ ਇਹ ਗੱਲ ਸ਼ੇਅਰ ਕੀਤੀ ਹੈ ਕਿ ਮਕਾਨ ਸ਼ੁਰੂ ਕਰ ਲਈਏ ਜਾਂ ਵਿਆਹ ਸ਼ੁਰੂ ਕਰ ਲਈਏ ਤੇ ਸਤਿਗੁਰੂ ਆਪ ਸਹਾਈ ਹੁੰਦੇ ਆ। ਮਤਲਬ ਸਤਿਗੁਰੂ ਜੀ ਜੱਗੇ ਦੇ ਮਨ 'ਚ ਵਸੇ, ਜੱਗੇ ਨੇ ਸਾਨੂੰ ਫੋਨ ਕੀਤਾ ਅੱਜ ਹੀ
ਔਰ ਇਸ ਗੱਲ ਦਾ ਮੈਂ ਮਾਜ਼ਰਤ ਚਾਹਾਂਗਾ, ਜਿਹੜਾ ਵੀ ਭੈਣ ਭਰਾ ਕੋਈ ਇਸ ਪਰਿਵਾਰ ਲਈ ਸ਼ਗਨ ਭੇਜਣਾ ਚਾਹੁੰਦੇ ਆ ਬੇਟੀ ਲਈ, ਉਹਨਾਂ ਨੂੰ ਬੇਨਤੀ ਆ ਕਿ ਹੁਣ ਦੇਰੀ ਦੀ ਮਤਲਬ ਗੁੰਜਾਇਸ਼ ਨਹੀਂ ਹੈਗੀ, ਕਿਉਂਕਿ ਅੱਜ 26 ਅਗਸਤ ਆ ਤੇ ਸ਼ਾਇਦ ਇਹ ਸਟੋਰੀ ਤੁਹਾਡੇ ਕੋਲ 27 ਨੂੰ ਜਾਂ ਪਤਾ ਨਹੀਂ 28 ਨੂੰ ਪਹੁੰਚਦੀ ਆ, ਦਿਨ 2-3 ਰਹਿ ਜਾਣੇ ਆ। ਤੇ ਇਸ ਨੰਬਰ ਜਿਹੜਾ ਮੈਂ ਇਹਨਾਂ ਦਾ ਮੈਂ ਬੋਲ ਦਿੱਤਾ ਵੀਡੀਓ ਦੇ ਵਿੱਚ, ਤੁਸੀਂ ਉਸ ਨੰਬਰ ਨੂੰ ਇੱਕ ਵਾਰੀ ਦੁਬਾਰਾ ਵੀਡੀਓ ਵੇਖਿਓ, ਵੀਡੀਓ ਨੂੰ ਸ਼ੇਅਰ ਬਹੁਤ ਕਰਿਓ। ਪਤਾ ਨਹੀਂ ਕੋ ਕਿੱਥੇ ਗੁਰਮੁਖ ਪਿਆਰਾ ਰੱਬ ਦਾ ਪਿਆਰਾ ਬੈਠਾ ਜੇ। ਤੇ ਕਈ ਐਸੇ ਨੇ ਭੈਣ ਭਰਾ ਵੀ ਉਹ ਸਾਨੂੰ ਫੋਨ ਕਰ ਦਿੰਦੇ ਨੇ ਵੀ ਜਿਵੇਂ ਉਹਨਾਂ ਦੀ ਕੋਈ ਬੇਟੀ ਨਹੀਂ ਹੈ, ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਹੁੰਦਾ ਕਿ ਬਲਵੰਦਰ ਸਿੰਘ ਕਿਸੇ ਧੀ ਦੇ ਵਿਆਹ ਦੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰੀ, ਅਸੀਂ ਉਸ ਨੂੰ ਆਪਣੀ ਧੀ ਬਣਾ ਕੇ ਵਿਆਹਾਂਗੇ। ਤੇ ਹੁਣ ਸਮਾਂ ਥੋੜ੍ਹਾ, ਪਰ ਜ਼ਰੂਰ ਸ਼ਗਨ ਰੂਪ ਦੇ ਵਿੱਚ ਇਸ ਪਰਿਵਾਰ ਦੀ ਮਦਦ ਕਰਿਓ। ਜਿਹੜੇ ਲੋਕ ਵਿਦੇਸ਼ਾਂ 'ਚ ਵੱਸਦੇ ਨੇ ਉਹ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਅਕਾਊਂਟ 'ਚ ਪਾ ਸਕਦੇ ਨੇ, ਪੇਪਾਲ ਰਾਹੀਂ, ਈ ਟ੍ਰਾਂਸਫਰ ਦੇ ਰਾਹੀਂ। ਉਹ ਸਾਡੇ ਤੁਸੀਂ ਵੀਡੀਓ ਦੇ ਥੱਲੇ ਵੇਖ ਰਹੇ ਹੋ, ਉੱਥੋਂ ਤੁਸੀਂ ਉਸ ਢੰਗ ਨਾਲ ਵੀ ਕਰ ਸਕਦੇ ਹੋ। ਤੇ ਜਿਸ ਤਰ੍ਹਾਂ ਵੀ ਤੁਸੀਂ ਠੀਕ ਸਮਝੋ, ਇਸ ਪਰਿਵਾਰ ਤੱਕ ਡਾਇਰੈਕਟ ਪਹੁੰਚੋ। ਮੈਂ ਫੇਰ ਬੇਨਤੀ ਕਰਾਂ ਕਿ ਝਬਾਲ ਤੋਂ ਅਟਾਰੀ ਰੋਡ ਦੇ ਉੱਤੇ 4-5 ਕਿਲੋਮੀਟਰ ਦੀ ਦੂਰੀ ਤੇ ਗਿੱਦੜੀ ਬਘਿਆੜੀ ਪਿੰਡ ਆ, ਬੀਬੀ ਦਾ ਨਾਂ ਨਰਿੰਦਰ ਕੌਰ ਆ, ਰੰਗਰੇਟਾ ਪਰਿਵਾਰ ਆ। ਤੇ ਇੱਥੇ ਆ ਕੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਜਾਂ ਡਾਇਰੈਕਟ ਪਰਿਵਾਰ ਦੇ ਵਿੱਚ ਕੋਲ ਆ ਕੇ ਇਹਨਾਂ ਨੂੰ ਸੇਵਾ ਜਿਹੜੀ ਆ ਜ਼ਰੂਰ ਦਿਓ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।